ਰਾਜ ਗਿੱਲ ਨੇ ਇਹ ਆਡੀਓ ਰਿਕਾਰਡਿੰਗ ਪਾਈ ਹੈ। ਥੱਲੇ ਲਿਖਿਆ, ਬਾਬਾ ਜੀ ਇਹ ਸਾਖੀ ਸੁਣੀ, ਪਤਾ ਲੱਗ ਗਿਆ ਕਿ ਭਾਈ ਬਾਲਾ ਦੀ ਹੈ। ਕੀ ਇਹ ਸਾਖੀ ਇਤਿਹਾਸ ਹੈ ਜਾਂ ਸਹੀ ਹੈ? ਮੈਂ ਇੱਧਰ ਕਹਿ ਰਿਹਾ ਹਾਂ ਤੇ ਬਾਰ-ਬਾਰ ਕਹਿ ਰਿਹਾ ਵੀ ਜਿਹੜੀ ਤੁਸੀਂ ਦੇਖ ਰਹੇ ਹੋ ਹੁਣ ਚੱਲ ਰਹੀ ਹੈ ਕਹਾਣੀ, ਇਹ ਵੀ ਸਹੀ ਨਹੀਂ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਵੀ ਮਿਥਿਆ ਹੈ, ਝੂਠ। ਤੇ ਤੁਸੀਂ ਪੁੱਛ ਰਹੇ ਹੋ ਬੀਤੇ ਸਮੇਂ ਦੇ ਅੰਦਰ ਜਿਹੜੀ ਕਹਾਣੀ ਚੱਲੀ, ਉਸ ਕਹਾਣੀ ਨੂੰ ਕਿਸੇ ਕਵੀ ਨੇ ਸੋਚ ਕੇ ਲਿਖਿਆ ਆਪਣੀ ਕਲਪਨਾ ਦੁਆਰਾ। ਤੇ ਪਹਿਲਾਂ ਹੀ ਕਲਪਨਾ ਸੀ ਕਹਾਣੀ, ਫਿਰ ਕਵੀ ਨੇ ਉਸ ਕਹਾਣੀ ਨੂੰ ਫਿਰ ਕਲਪਨਾ ਦੁਆਰਾ ਲਿਖਿਆ ਕਈ ਸੌ ਸਾਲ ਬਾਅਦ। ਤੇ ਤੁਸੀਂ ਪੁੱਛ ਰਹੇ ਹੋ ਸਹੀ ਹੈ ਕਿ ਗਲਤ? ਇੰਨੀ ਮੂੜਤਾ, ਬੇਸਮਝੀ, ਤੁਹਾਨੂੰ ਸਮਝ ਵਿੱਚ ਹੀ ਨਹੀਂ ਆ ਰਹੀ ਹੈ ਗੱਲ। ਸੁਣਦੇ ਵੀ ਹੋ ਤੁਸੀਂ ਅਤੇ ਸੁਣ ਕੇ ਸਮਝ ਵੀ ਲੈਂਦੇ ਹੋ ਵੀ ਸਮਝ ਲਈ ਵੀ ਜਗ ਰਚਨਾ ਸਭ ਝੂਠ ਹੈ। ਪਰ ਇਹ ਸਮਝ ਦੇ ਤਲ 'ਤੇ ਝੂਠ ਪ੍ਰਤੀਤ ਥੋੜ੍ਹੀ ਹੁੰਦੀ ਹੈ। ਅਗਰ ਪ੍ਰਤੀਤ ਹੀ ਹੋਈ ਹੁੰਦੀ ਤਾਂ ਤੁਸੀਂ ਇਹ ਕਹਾਣੀ ਨੂੰ ਸੁਣਦੇ, ਫਿਰ ਸਹੀ ਗਲਤ ਦਾ ਨਿਰਣਾ ਕਰਦੇ। ਤੇ ਤੁਸੀਂ ਪੁੱਛ ਰਹੇ ਹੋ ਸਹੀ ਹੈ ਕਿ ਗਲਤ ਹੈ, ਇਤਿਹਾਸ ਹੈ ਕਿ ਮਿਥਿਆਸ ਹੈ? ਤੇ ਮੈਂ ਕਹਿੰਦਾ ਸਭ ਮਿਥਿਆਸ ਹੈ, ਇੱਥੇ ਕੁਛ ਵੀ ਸੱਚ ਨਹੀਂ ਹੈ। ਜੋ ਵੀ ਤੁਹਾਡੇ ਸੋਚਣ ਵਿੱਚ ਆ ਜਾਂਦਾ ਹੈ ਉਹ ਹੀ ਝੂਠ ਹੋ ਜਾਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਝੂਠ ਹੀ ਸੋਚਿਆ ਜਾ ਸਕਦਾ ਹੈ, ਵਿਚਾਰਿਆ ਜਾ ਸਕਦਾ। ਸੱਤ ਵਿਚਾਰ ਦੇ ਵਿੱਚ ਤਾਂ ਆਉਂਦਾ ਹੀ ਨਹੀਂ। ਅਤੇ ਮੈਂ ਤਾਂ ਤੁਹਾਨੂੰ ਝੂਠ ਤੋਂ ਛੁਟਕਾਰਾ ਪਾਉਣ ਵਾਸਤੇ ਕਹਿ ਰਿਹਾ, ਪਰ ਝੂਠ ਛੁੱਟ ਨਹੀਂ ਨਾ ਰਿਹਾ। ਤੁਹਾਡੇ ਅੰਦਰ ਉਹ ਝੂਠ ਘਰ ਕਰੀ ਬੈਠਾ ਹੈ ਪੂਰੀ ਤਰ੍ਹਾਂ। ਤੁਹਾਡੇ ਅੰਦਰੋਂ ਤਾਂ ਸਿੱਖੀ ਦਾ ਖਿਆਲ ਹੀ ਨਹੀਂ ਛੁੱਟ ਰਿਹਾ ਹੈ, ਅਤੇ ਸਿੱਖੀ ਦੇ ਖਿਆਲ ਕਰਕੇ ਹੀ ਇਹ ਵਿਚਾਰਾਂ ਪੈਦਾ ਹੋ ਰਹੀਆਂ ਹਨ। ਤੁਸੀਂ ਸਿੱਖ ਹੋ ਅਤੇ ਸਿੱਖ ਇਤਿਹਾਸ ਸੁਣਿਆ ਤਾਂ ਉਹਦੇ 'ਤੇ ਵਿਚਾਰ ਚੱਲ ਪਈ। ਅਗਰ ਹੋਰ ਕਿਸੇ ਧਰਮ ਦਾ ਹੁੰਦਾ ਤਾਂ ਉਹ ਖਿਆਲ ਹੀ ਨਾ ਕਰਦਾ ਵੀ ਬੇਫਾਲਤੂ ਦੀ ਗੱਲ ਹੈ, ਬਚਕਾਣੀ ਕਹਾਣੀ ਹੈ। ਪਰ ਸਿੱਖ ਥੋੜ੍ਹੀ ਸਮਝਦਾ ਬਚਕਾਨੀ ਹੈ, ਉਹ ਤਾਂ ਬੜੀ ਗੰਭੀਰਤਾ ਦੇ ਨਾਲ ਸੁਣਦਾ ਹੈ। ਕਈ ਇਹਨੂੰ ਸੱਚ ਵੀ ਸਮਝਦੇ ਹੋਣਗੇ ਵੀ ਐਸਾ ਹੀ ਹੋਇਆ ਹੋਵੇਗਾ। ਸਤਿਪੁਰਖ ਵੀ ਕਹਾਣੀਆਂ ਦਾ ਉਪਯੋਗ ਕਰਦੇ ਹਨ ਸਿਰਫ ਪ੍ਰਮਾਣ ਦੇਣ ਵਾਸਤੇ, ਸਮਝਾਉਣ ਵਾਸਤੇ। ਅਤੇ ਇਹ ਕਹਾਣੀ ਪ੍ਰਮਾਣ ਦੇਣ ਵਾਸਤੇ ਵੀ ਸਹੀ ਨਹੀਂ ਹੈ। ਹੁਣ ਕਹਾਣੀਕਾਰ ਕਹਿ ਰਿਹਾ ਹੈ, ਗੁਰੂ ਜੀ ਈਲਾ ਪਰਬਤ ਕੋ ਗਏ ਅਤੇ ਰਸਤੇ ਵਿੱਚ ਜੰਗਲ ਦੇ ਅੰਦਰ ਬੈਠ ਗਏ ਅਤੇ ਕਿਆ ਦੇਖਣ, ਉੱਥੇ ਕਰੋੜਾਂ ਹੀ ਸਿੰਹ ਉਤਰ ਆਏ ਹਨ, ਸ਼ੇਰ। ਅਤੇ ਮੈਂ ਤੇ ਮਰਦਾਨਾ ਡਰੇ, ਅਤੇ ਗੁਰੂ ਨੇ ਕਿਹਾ ਵੀ ਡਰੋ ਨਾ, ਇਹ ਤੁਹਾਡੀ ਪੈਰੀਂ ਪੈਣਗੇ। ਅਤੇ ਬਾਬੇ ਨੇ ਕਿਹਾ ਮਰਦਾਨੇ ਨੂੰ, ਰਬਾਬ ਵਜਾ, ਸ਼ਬਦ ਗਾਇਆ। ਉਪਰੰਤ ਪੁੱਛਿਆ ਵੀ ਤੁਸੀਂ ਕੌਣ ਹੋ? ਅਤੇ ਉਹਨਾਂ ਸ਼ੇਰਾਂ ਨੇ ਕਿਹਾ ਵੀ ਤਾਮਸੀ ਜੂਨ ਭੋਗ ਰਹੇ ਹਾਂ। 100 ਯੋਜਨ ਤੱਕ ਪਸ਼ੂ ਪੰਛੀ ਸਭ ਖਾ ਲਏ, ਹੁਣ ਖਾਣ ਨੂੰ ਵੀ ਕੁਝ ਬਹੁਤਾ ਨਹੀਂ ਮਿਲਦਾ ਹੈ, ਕਿਰਪਾ ਕਰੋ, ਸਾਡੀ ਗਤੀ ਕਰੋ। ਬਾਬੇ ਨੇ ਕਿਹਾ ਤੁਸੀਂ ਸਾਰੇ ਹੀ ਸਾਡੇ ਸਿੱਖ ਹੋਵੋਗੇ। ਹੁਣ ਪਹਿਲੀ ਤਾਂ ਗੱਲ ਇਹ ਹੈ
ਇਹ ਸੱਤ ਪੁਰਖਾਂ ਨੂੰ ਤੇ ਆਦਮੀ ਨਹੀਂ ਸੁਣਦੇ ਹਨ, ਉਹਨਾਂ ਨੂੰ ਸਰੋਤਾ ਲੱਭਣਾ ਪੈਂਦਾ ਹੈ। ਬਾਬਾ ਨਾਨਕ ਜੀ ਇਸੇ ਕਰਕੇ ਹੀ ਭਰਮਣ 'ਤੇ ਨਿਕਲੇ ਸਨ, ਧਾਰਮਿਕ ਸਥਾਨਾਂ 'ਤੇ ਗਏ ਸਨ ਵੀ ਕੋਈ ਨਾ ਕੋਈ ਸੁਣਨ ਵਾਲਾ ਮਿਲ ਸਕੇ। ਅਤੇ ਮਿਲਦੇ ਕਿੱਥੇ ਹਨ? ਧਾਰਮਿਕ ਸਥਾਨਾਂ 'ਤੇ ਵੀ ਨਹੀਂ ਮਿਲਦੇ। ਮੈਨੂੰ ਪਤਾ ਨਹੀਂ ਮਿਲਦੇ ਹਨ। ਮੁਕਤ ਕੌਣ ਹੋਣਾ ਚਾਹੁੰਦਾ ਹੈ? ਅਤੇ ਆਦਮੀ ਨਹੀਂ ਸੁਣਦੇ ਹਨ, ਲੋਕ ਨਹੀਂ ਸੁਣਦੇ ਹਨ, ਅਤੇ ਜਾਨਵਰ। ਫਿਰ ਦੂਸਰੀ ਗੱਲ ਇਹ ਹੈ ਵੀ ਜਾਨਵਰ ਕੋਈ ਪਾਪੀ ਪੁੰਨੀ ਨਹੀਂ ਹੈ। ਜਾਨਵਰ, ਪਸ਼ੂ, ਪੰਛੀ ਸਭ ਪ੍ਰਕਿਰਤੀ ਦੇ ਅਨੁਕੂਲ ਜੀ ਰਹੇ ਹਨ। ਉਹਨਾਂ 'ਚ ਪਾਪ ਪੁੰਨ ਕੋਈ ਨਹੀਂ, ਨਾ ਹੀ ਉਹਨਾਂ 'ਚ ਬੰਧਨ ਹੈ ਕੋਈ। ਉਹ ਬੰਧੇ ਹੋਏ ਥੋੜ੍ਹੀ ਹਨ, ਉਹ ਮਹਿਸੂਸ ਥੋੜ੍ਹੀ ਕਰ ਰਹੇ ਹਨ ਬੰਧਨ ਦੇ ਵਿੱਚ ਹਨ। ਮੋਹ ਮਮਤਾ 'ਚ ਪਸ਼ੂ ਪੰਛੀ ਥੋੜ੍ਹੀ ਹਨ। ਹੁਣ ਜਿਹੜਾ ਬੰਧਨ 'ਚ ਹੀ ਨਹੀਂ ਹੈ, ਉਹ ਮੁਕਤ ਹੋਣ ਦੀ ਆਕਾਂਸ਼ਾ ਕਿਵੇਂ ਕਰੇਗਾ? ਜਿਵੇਂ ਛੋਟਾ ਬੱਚਾ ਹੈ, ਹੁਣ ਉਹਨੂੰ ਮੁਕਤ ਹੋਣ ਦੀ ਆਕਾਂਸ਼ਾ ਥੋੜ੍ਹੀ ਆਉਂਦੀ ਹੈ, ਅਜੇ ਬੰਧਨ ਵਿੱਚ ਹੀ ਨਹੀਂ ਪਿਆ। ਅਤੇ ਮੁਕਤ ਹੋਣ ਦੀ ਇੱਛਾ ਜਿਹੜੀ ਹੈ ਨਾ, ਉਹ ਕਿਸੇ ਵਿਰਲੇ ਪੁਰਖ ਨੂੰ ਹੀ ਹੁੰਦੀ ਹੈ। ਉਹਨੂੰ ਹੀ ਹੁੰਦੀ ਹੈ ਜਿਹੜਾ ਬਹੁਤ ਸਮੇਂ ਤੋਂ ਭਟਕ ਰਿਹਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਮੁਕਤੀ ਦੀ ਆਕਾਂਸ਼ਾ ਪਰਮ ਆਕਾਂਸ਼ਾ ਹੈ। ਸੰਸਾਰ ਦੀਆਂ ਆਕਾਂਸ਼ਾਵਾਂ ਸ਼ੂਦਰ ਆਕਾਂਸ਼ਾਵਾਂ ਹਨ, ਸ਼ੂਦਰ। ਅਤੇ ਸ਼ੂਦਰ ਆਕਾਂਸ਼ਾਵਾਂ ਤਾਂ ਤਕਰੀਬਨ ਸਾਰਿਆਂ ਨੂੰ ਹੀ ਹੈ, ਮਨੁੱਖਾਂ ਨੂੰ। ਅਤੇ ਜਿਹੜੀ ਇਹ ਪਰਮ ਆਕਾਂਸ਼ਾ ਹੈ ਨਾ, ਇਹ ਸ਼ੂਦਰ ਆਕਾਂਸ਼ਾਵਾਂ ਤੋਂ ਉੱਪਰ ਉੱਠ ਕੇ ਜਾ ਕੇ ਪੈਦਾ ਹੁੰਦੀ ਹੈ ਵੀ ਆਕਾਂਸ਼ਾ ਹੈ ਮੁਕਤੀ ਦੀ। ਪਰ ਮੁਕਤੀ ਦੀ ਆਕਾਂਸ਼ਾ ਕਰਕੇ ਹੀ ਅਧਿਆਤਮ ਵੱਲ ਨੂੰ ਚਲਿਆ ਜਾਂਦਾ। ਪਰ ਇਹ ਪੈਦਾ ਉਦੋਂ ਹੀ ਹੁੰਦੀ ਹੈ ਜਦੋਂ ਸ਼ੂਦਰ ਆਕਾਂਸ਼ਾਵਾਂ ਚੰਗੀ ਤਰ੍ਹਾਂ ਜਾਣ ਲਈ ਦੀਆਂ, ਭੋਗ ਲਈ ਦੀਆਂ। ਅਤੇ ਜਿਹੜਾ ਇਹ ਸ਼ੂਦਰ ਆਕਾਂਸ਼ਾਵਾਂ ਤੋਂ ਉੱਪਰ ਉੱਠ ਜਾਂਦਾ ਹੈ, ਸਭ ਭੋਗ ਭਾਗ ਕੇ ਦੇਖ ਲੈਂਦਾ ਹੈ, ਗੌਤਮ ਬੁੱਧ ਵਾਂਗੂ, ਕਬੀਰ ਜੀ ਵਾਂਗੂ, ਬਾਬੇ ਨਾਨਕ ਜੀ ਵਾਂਗੂ। ਅਤੇ ਉਹਨਾਂ ਦੇ ਅੰਦਰ ਫਿਰ ਹੁੰਦੀ ਹੈ ਮੁਕਤ, ਭਾਵ ਕਿ ਸੰਸਾਰ ਤੋਂ ਮੁਕਤ ਹੋਣ ਦੀ ਆਕਾਂਸ਼ਾ ਵੀ ਹੁਣ ਨਹੀਂ ਜੀਣਾ ਹੈ। ਦੇਖ ਲਿਆ ਜੀ ਕੇ, ਦੇਖ ਲਿਆ ਭੋਗ ਕੇ, ਸਭ ਕੁਛ ਕਰਕੇ ਦੇਖ ਲਿਆ, ਵਿਅਰਥ। ਅਤੇ ਕਿਸੇ ਕਿਸੇ ਮਨੁੱਖ 'ਚ, ਕਰੋੜਾਂ 'ਚੋਂ ਕੋਈ ਇੱਕ ਆਧ ਹੈ ਜਿਹਦੇ ਅੰਦਰ ਪੈਦਾ ਹੁੰਦੀ। ਅਤੇ ਜਾਨਵਰਾਂ ਦੇ ਅੰਦਰ ਥੋੜ੍ਹੀ, ਜਾਨਵਰ ਤਾਂ ਬੰਧਨ 'ਚ ਨਹੀਂ, ਅਤੇ ਪ੍ਰਕਿਰਤੀ ਦੇ ਅਨੁਕੂਲ ਸਹਿਜ ਜੀ ਰਹੇ ਹਨ, ਸੁਭਾਵਿਕ। ਪਰ ਕਵੀ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਬਾਬੇ ਨਾਨਕ ਨੇ ਜਿਨ੍ਹਾਂ ਸ਼ੇਰਾਂ ਨੂੰ, ਜਿਨ੍ਹਾਂ ਸਿੰਘਾਂ ਨੂੰ ਵਾਰ ਦਿੱਤਾ ਸੀ ਨਾ ਵੀ ਤੁਸੀਂ ਮੁਕਤ ਹੋਵੋਗੇ, ਸਾਡੇ ਸਿੱਖ ਹੋ ਜਾਇਓ, ਉਹ ਹੀ ਸਿੱਖ ਹੋਏ ਹਨ। ਕਵੀ ਦਾ ਕਹਿਣ ਦਾ ਭਾਵ, ਉਹ ਕਹਿ ਰਿਹਾ ਹੈ ਵੀ ਇਹ ਜਿਹੜੇ ਸਿੰਘ ਹਨ, ਇਹ ਸਾਰੇ ਸ਼ੇਰ ਹੀ ਹਨ ਬਾਬੇ ਨਾਨਕ ਦੇਵ ਜੀ ਦੇ ਸਮੇਂ ਦੇ। ਉਹ ਤਾਂ ਸਿਰਫ ਕਲਪਨਾ ਕਰ ਰਿਹਾ ਹੈ, ਇਹ ਸਾਖੀ ਦੇ ਵਿੱਚ ਸਾਰ ਕੁਝ ਵੀ ਨਹੀਂ ਹੈ। ਸਾਖੀ ਦਾ ਅਰਥ ਹੁੰਦਾ ਹੈ ਸਾਕਸ਼ੀ। ਅਤੇ ਗੁਰੂ ਸਾਕਸ਼ੀ ਹੋਵੇ ਤਾਂ ਗਤੀ ਹੁੰਦੀ ਹੈ, ਮੁਕਤੀ ਹੁੰਦੀ ਹੈ। ਪਰ ਕਵੀਆਂ ਨੇ ਕਹਾਣੀਆਂ ਨੂੰ ਕਿਉਂ ਸਾਖੀ ਲਿਖਿਆ ਹੈ? ਇਹਦੇ ਪਿੱਛੇ ਵੀ ਕਾਰਨ ਹੈ। ਇਹ ਲਿਖਾਰੀਆਂ ਦਾ, ਪ੍ਰਚਾਰਕਾਂ ਦਾ ਖਿਆਲ ਹੈ ਵੀ ਇਹ ਪੁਰਾਣੀਆਂ ਕਹਾਣੀਆਂ ਗੁਰੂਆਂ ਦੀਆਂ ਪੜ੍ਹ ਪੜ੍ਹ ਕੇ, ਵਿਚਾਰ ਵਿਚਾਰ ਕੇ ਗੁਰੂ ਨੂੰ ਸਾਹਮਣੇ ਦੇਖ ਸਕਣਗੇ। ਪਰ ਅਗਰ ਕੋਈ ਕਹਾਣੀਆਂ ਨੂੰ ਪੜ੍ਹ ਕੇ, ਵਿਚਾਰ ਕੇ ਗੁਰੂ ਨੂੰ ਦੇਖੇਗਾ ਨਾ, ਉਹ ਉਹਦੀ ਆਪਣੀ ਹੀ ਕਲਪਨਾ ਹੋਵੇਗੀ। ਅਤੇ ਕਲਪਨਾ ਦੁਆਰਾ ਬਹੁਤੇ ਲੋਕ ਦੇਖਦੇ ਹਨ ਗੁਰੂਆਂ ਨੂੰ। ਉਹ ਕਲਪਨਾ ਦੁਆਰਾ ਹੀ ਤਸਵੀਰਾਂ ਬਣੀਆਂ ਹੋਈਆਂ। ਇੱਕ ਤਾਂ ਹੈ ਗੁਰੂ ਸਾਹਮਣੇ, ਦੂਸਰੀ ਹੈ ਗੁਰੂ ਦੀ ਤਸਵੀਰ, ਜਿਹੜੀ ਸਿਰਫ ਰੰਗਾਂ ਦੇ ਨਾਲ ਬਣਦੀ। ਜਿਵੇਂ ਪੁਰਾਣੇ ਸਮੇਂ 'ਚ ਕੈਮਰੇ ਦੇ ਅੰਦਰ ਇੱਕ ਰੀਲ ਪੈਂਦੀ ਸੀ, ਉਹਨੂੰ ਨੈਗੇਟਿਵ ਕਹਿੰਦੇ ਹੁੰਦੇ ਸੀ ਵੀ ਤਸਵੀਰ ਤਾਂ ਹੈ ਪਰ ਉਹ ਦਿਖਦੀ ਨਹੀਂ।
ਫਿਰ ਉਹਨੂੰ ਜਾ ਕੇ ਦੁਕਾਨ 'ਤੇ ਧਵਾਉਣਾ ਪੈਂਦਾ ਸੀ, ਤਸਵੀਰ ਬਣਾਉਣੀ ਪੈਂਦੀ ਸੀ, ਉਹ ਛਪ ਜਾਂਦੀ ਸੀ ਕਾਗਜ਼। ਇੱਦਾਂ ਹੀ ਮਨ ਹੈ। ਮਨ ਪਹਿਲਾਂ ਕਹਾਣੀਆਂ ਪੜ੍ਹਦਾ ਹੈ, ਵਿਚਾਰਦਾ ਹੈ, ਸੋਚਦਾ ਹੈ, ਕਲਪਨਾ ਕਰਦਾ, ਇੱਦਾਂ ਇੱਦਾਂ ਹੋਇਆ ਹੋਵੇਗਾ, ਇੱਦਾਂ ਬੈਠੇ ਹੋਣਗੇ। ਉਹ ਫਿਰ ਕਲਪਨਾ ਕਰਕੇ ਉਹ ਆਕਾਰ ਕੱਢਦਾ ਹੈ, ਉਹ ਖਿਆਲੀ ਦੁਨੀਆ ਦੇ ਵਿੱਚ ਖੋਇਆ ਰਹਿੰਦਾ, ਭਾਵ ਕਿ ਨੈਗੇਟਿਵ ਦੇ ਵਿੱਚ ਖੋਇਆ ਰਹਿੰਦਾ। ਹੁਣ ਤੁਸੀਂ ਇਹ ਖਿਆਲ ਕਰੋ ਵੀ ਸਾਹਮਣੇ ਗੁਰੂ ਨਹੀਂ ਦਿਖਦਾ ਹੈ, ਜਿਨ੍ਹਾਂ ਨੂੰ, ਉਹਨਾਂ ਨੂੰ ਪਿੱਛੇ ਜਿਹੜੇ ਗੁਰੂ ਹੋ ਚੁੱਕੇ ਹਨ ਉਹ ਕਿਵੇਂ ਨਜ਼ਰ ਆ ਜਾਣਗੇ, ਜਿਹੜੇ ਬੀਤੇ ਹੋਏ ਸਮੇਂ ਦੇ ਅੰਦਰ ਹੋਏ ਆ। ਫਿਰ ਜਿਹੜਾ ਪਰਮਾਤਮਾ ਹੁਣ ਸਾਹਮਣੇ ਮੌਜੂਦ ਹੈ ਅਤੇ ਉਸੇ ਹੀ ਪਰਮਾਤਮਾ ਦੇ ਵਿੱਚ ਪਿਛਲੇ ਆਕਾਰ ਹੋਏ ਸਨ ਅਤੇ ਉਹ ਆਕਾਰ ਤਾਂ ਮਿਟ ਗਏ ਹਨ। ਪਰਮਾਤਮਾ ਤਾਂ ਉਹੋ ਹੀ ਹੈ ਨਾ, ਪਰਮਾਤਮਾ ਤਾਂ ਨਹੀਂ ਤਬਦੀਲ ਹੁੰਦਾ। ਉਸੇ ਪਰਮਾਤਮਾ ਦੇ ਵਿੱਚ ਹੁਣ ਆਕਾਰ ਹਨ ਤੁਹਾਡੇ ਸਾਹਮਣੇ ਜਿਹੜੇ, ਅਤੇ ਸਾਹਮਣੇ ਜਿਹੜੇ ਆਕਾਰ ਹਨ ਉਹਨਾਂ ਵਿੱਚ ਨਹੀਂ ਨਜ਼ਰ ਆ ਰਿਹਾ ਗੁਰੂ, ਅਤੇ ਗੁਰੂ ਸਾਰੇ ਹੀ ਆਕਾਰਾਂ ਦੇ ਵਿੱਚ ਮੌਜੂਦ ਹੈ, ਕਿਉਂਕਿ ਗੁਰੂ ਨਿਰਾਕਾਰ ਦੇ ਵਿੱਚ ਖੋ ਗਿਆ ਨਾ, ਤਾਂ ਹੀ ਮੁਕਤ ਹੋਇਆ ਨਾ, ਪਰਮਾਤਮਾ ਦੇ ਵਿੱਚ ਖੋ ਗਿਆ। ਪੜ੍ਹਦੇ ਵੀ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਤੋ ਪਰਮਾਤਮਾ ਦੇ ਵਿੱਚ ਖੋ ਗਿਆ, ਅਤੇ ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਮੌਜੂਦ ਹੈ, ਅਤੇ ਗੁਰੂ ਦੀ ਝਲਕ ਮਿਲਦੀ ਨਹੀਂ ਇਹਨਾਂ ਨੂੰ, ਸਾਹਮਣੇ ਨਹੀਂ ਮਿਲ ਰਹੀ, ਅਤੇ ਪਿਛਲੀਆਂ ਕਹਾਣੀਆਂ ਪੜ੍ਹ ਕੇ ਕਿਵੇਂ ਮਿਲੇ? ਉਹ ਤਾਂ ਸਿਰਫ ਕਲਪਨਾ ਹੀ ਹੈ ਨਾ, ਅਤੇ ਕਲਪਨਾ ਦੇ ਵਿੱਚ ਕਈ ਖੋਏ ਰਹਿੰਦੇ ਹਨ। ਫਿਰ ਕਲਪਨਾ ਦੇ ਵਿੱਚ ਮਨ ਲੱਗਾ ਰਹਿੰਦਾ ਹੈ, ਅਤੇ ਨਵੀਂ ਆਦਮੀ ਕਲਪਨਾ ਕਰਦਾ ਰਹਿੰਦਾ ਹੈ, ਅਤੇ ਜਿਹੜਾ ਸਾਹਮਣੇ ਹੈ ਨਾ ਉਹਦੇ 'ਤੇ ਕਲਪਨਾ ਨਹੀਂ ਕੀਤੀ ਜਾ ਸਕਦੀ, ਪਿਛਲੇ 'ਤੇ ਕੀਤੀ ਜਾ ਸਕਦੀ, ਸਾਹਮਣੇ ਵਾਲੇ 'ਤੇ ਕਿਵੇਂ ਕਰੋਗੇ? ਫਿਰ ਜਿਹੜਾ ਸਾਹਮਣੇ ਹੈ ਉਹਦੇ ਦੁਆਰਾ ਹੀ ਮਨ ਮਰਦਾ ਹੈ। ਗੁਰ ਸਾਖੀ ਕਾ ਉਜਿਆਰਾ, ਤੋ ਮਿਟਿਆ ਸਗਲ ਅੰਧਿਆਰਾ। ਸਾਖੀ ਦਾ ਹੁੰਦਾ ਪ੍ਰਤੱਖ ਸਾਕਸ਼, ਜਿਹੜਾ ਸਾਹਮਣੇ, ਉਹ ਹੀ ਹਨੇਰੇ ਨੂੰ ਖਤਮ ਕਰ ਸਕਦਾ, ਅਗਿਆਨਤਾ ਦੇ ਹਨੇਰੇ ਨੂੰ। ਗਿਆਨ ਅੰਜਨ ਗੁਰ ਦੀਆ, ਅਗਿਆਨ ਹਨੇਰ ਬਿਨਾਸ਼। ਪਰ ਸੁਣ ਕੇ ਅਗਿਆਨ ਨਹੀਂ ਮਿਟਣਾ ਹੈ, ਇਹ ਗੱਲ ਖਿਆਲ ਵਿੱਚ ਰੱਖਿਓ, ਨਾ ਹੀ ਵਿਚਾਰ ਕੇ ਮਿਟਣਾ ਹੈ, ਅਤੇ ਮਿਟ ਵੀ ਨਹੀਂ ਰਿਹਾ ਹੈ। ਇਸੇ ਕਾਰਨ ਹੀ ਤੁਸੀਂ ਪੁਰਾਣੇ ਇਤਿਹਾਸ ਦੇ ਵਿੱਚ ਪਏ ਹੋਏ, ਕਹਾਣੀਆਂ ਦੇ ਵਿੱਚ ਪਏ ਹੋਏ। ਨਹੀਂ, ਮੈਂ ਕਹਿ ਰਿਹਾ ਹਾਂ ਪਿਛਲੇ ਨੂੰ ਛੱਡੋ, ਜੋ ਬੀਤ ਚੁੱਕਾ ਸੋ ਬੀਤ ਚੁੱਕਾ, ਮਰ ਚੁੱਕਾ ਜਿਹੜਾ ਸਮਾਂ, ਉਹਦੇ ਵਿੱਚ ਕੁਛ ਵੀ ਨਹੀਂ ਹੈ। ਅਤੇ ਜਿਹੜਾ ਆਇਆ ਨਹੀਂ ਹੈ ਉਹ ਅਜੇ ਆਇਆ ਹੀ ਨਹੀਂ ਹੈ, ਉਹਦੇ ਬਾਬਤ ਸੋਚੋ ਨਾ। ਅਤੇ ਜਿਹੜਾ ਤੁਹਾਡੇ ਕੋਲ ਮੌਜੂਦ ਹੈ ਇਹ ਸਮਾਂ, ਇਸ ਵਕਤ, ਇਹ ਵੀ ਜਿਹੜਾ ਬਾਹਰ ਚੱਲ ਰਿਹਾ ਹੈ ਇਹਦੇ ਨਾਲ ਨਾ ਜੁੜੋ। ਹੁਣ ਜਿਹੜੀਆਂ ਕਹਾਣੀਆਂ ਕਥਾ ਹਨ, ਜਿਨ੍ਹਾਂ ਨੂੰ ਸਾਖੀਆਂ ਕਹਿੰਦੇ ਹਨ, ਇਹ ਬਣਦੀਆਂ ਬਾਹਰ ਆਕਾਰ ਦੇ ਵਿੱਚ ਜੋ ਘਟਦਾ ਹੈ ਉਹਦੇ ਦੁਆਰਾ ਹੀ ਬਣਦੀਆਂ ਹਨ, ਅਤੇ ਜੋ ਬਾਹਰ ਘਟ ਰਿਹਾ ਹੈ ਇਹ ਵਾਸਤਵਿਕ ਨਹੀਂ। ਗੁਰੂ ਸਾਹਿਬ ਜੀ ਤੇ ਆਪ ਕਹਿੰਦੇ ਹਨ, ਵਾਰ ਕਹਿੰਦੇ ਆ, ਜੈਸੇ ਸਪਨਾ ਰਹਿਣ ਕਾ ਤੈਸਾ ਇਹ ਸੰਸਾਰ। ਇਹ ਵੀ ਇੱਕ ਸੁਪਨਾ ਹੈ, ਦਿਨ ਦਾ ਸੁਪਨਾ। ਹੁਣ ਤੁਸੀਂ ਰਾਤ ਦੇ ਸੁਪਨੇ ਦਾ ਇਤਿਹਾਸ ਬਣਾਓ ਵੀ ਸੁਪਨੇ 'ਚ ਮੈਂ ਆਹ ਦੇਖਿਆ, ਗੁਰੂ ਪੀਰਾਂ ਨੂੰ ਦੇਖਿਆ, ਅਤੇ ਦੂਸਰਿਆਂ ਨੂੰ ਸੁਣਾਓ, ਅਤੇ ਉਹ ਕਹਿਣਗੇ ਤੇਰਾ ਸੁਪਨਾ ਹੈ, ਸਾਨੂੰ ਕੀ ਲੈਣਾ ਦੇਣਾ। ਅਤੇ ਸੁਪਨਾ ਹੈ ਨਾਲੇ, ਵਾਸਤਵਿਕ ਥੋੜ੍ਹੀ ਹੈ। ਅਤੇ ਜਿਹਨੂੰ ਤੁਸੀਂ ਵਾਸਤਵਿਕ ਕਹਿੰਦੇ ਹੋ ਇਹ ਵੀ ਸੁਪਨਾ ਹੈ, ਜਿਹੜਾ ਲੰਘ ਗਿਆ ਸੁਪਨਾ। ਉਹਦੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਹਨ ਬਹੁਤ ਸਮੇਂ ਬਾਅਦ, ਉਹਨਾਂ ਨੂੰ ਫਿਰ ਲੋਕ ਪੜ੍ਹਦੇ ਹਨ,
ਤੇ ਫਿਰ ਬਹਿਸਬਾਜ਼ੀ ਕਰਦੇ ਹਨ ਧਾਰਮਿਕ ਲੋਕ ਵੀ ਕੀ ਸਹੀ ਹੈ ਕੀ ਗਲਤ ਹੈ। ਦੇਖੋ ਕੀ ਇਤਿਹਾਸ ਹੈ ਕੀ ਮਿਥਿਆਸ ਹੈ। ਤੇ ਨਿਰਣਾ ਵੀ ਕਿਵੇਂ ਹੋਵੇਗਾ, ਲਿਖੇ ਹੋਏ ਦੁਆਰਾ ਹੀ ਹੋਵੇਗਾ ਨਾ। ਹੋਰ ਪੁਸਤਕਾਂ ਪੜ੍ਹਨਗੇ ਇੱਧਰੋਂ ਉੱਧਰੋਂ, ਜਿਹੜੇ ਵਿਚਾਰਕ ਹਨ, ਪ੍ਰਚਾਰਕ ਹਨ, ਖੋਜੀ ਹਨ, ਬਹੁਤ ਪੁਸਤਕਾਂ ਪੜ੍ਹਦੇ ਰਹਿੰਦੇ ਹਨ ਤੇ ਪੜ੍ਹ ਕੇ ਸੋਚਦੇ ਰਹਿੰਦੇ ਆ। ਤਾਂ ਉਹਨਾਂ ਦੁਆਰਾ ਹੀ ਉਹ ਨਿਰਣਾ ਕਰ ਰਹੇ ਹਨ। ਕਿਤਾਬਾਂ 'ਚ ਵਿੱਚ ਲਿਖਿਆ ਹੋਇਆ ਉਹਦੇ ਦੁਆਰਾ ਨਿਰਣਾ ਹੋ ਰਿਹਾ ਕੀ ਠੀਕ ਹੈ ਕੀ ਗਲਤ। ਜੋ ਸਾਹਮਣੇ ਹੈ ਇਹੋ ਹੀ ਵਾਸਤਵਿਕ ਨਹੀਂ ਹੈ, ਅਤੇ ਜਿਹੜਾ ਲੰਘ ਚੁੱਕਾ ਹੈ ਉਹਦੇ ਵਿੱਚ ਤੁਸੀਂ ਖੋਜ ਰਹੇ ਹੋ ਕੀ ਠੀਕ ਹੈ ਕੀ ਗਲਤ। ਮੂੜਤਾ ਦੀ ਵੀ ਹੱਦ ਹੁੰਦੀ ਹੈ, ਇੰਨੀ ਬੇਸਮਝੀ। ਜੋ ਲੰਘ ਚੁੱਕਾ ਹੈ ਉਹ ਤਾਂ ਸੁੰਨ 'ਚ ਪਹੁੰਚ ਗਿਆ, ਉਹ ਤਾਂ ਮਿਟ ਗਿਆ। तो जो मिट गया, जो है ही नहीं, ਉਹਦੇ ਬਾਬਤ ਸੋਚਣਾ ਤੇ ਬੇਸਮਝੀ ਹੈ। ਜੋ ਸਾਹਮਣੇ ਹੈ ਤੁਹਾਨੂੰ ਦੇਖ ਰਿਹਾ ਹੈ ਇਹਦੇ ਬਾਬਤ ਵੀ ਨਹੀਂ ਸੋਚਣਾ ਹੈ। ਇਸ ਸੋਚ ਵਿਚਾਰ ਤੋਂ ਵੀ ਮੁਕਤ ਹੋਣਾ, ਤੇ ਪਿਛਲੀ ਸੋਚ ਵਿਚਾਰ ਤੋਂ ਮੁਕਤ ਹੋਵੋਗੇ ਤਾਂ ਹੀ ਇੱਥੋਂ ਹੋਵੋਗੇ ਨਾ ਜੋ ਸਾਹਮਣੇ ਹੈ। ਹੁਣ ਤੁਸੀਂ ਪਿਛਲੇ ਵਿਚਾਰ ਤੋਂ ਹੀ ਨਹੀਂ ਮੁਕਤ ਹੋ ਰਹੇ। ਪਿਛਲਾ ਪਤਾ ਨਹੀਂ ਕੀ ਕੁਛ ਤੁਹਾਡੇ ਅੰਦਰ ਭਰਿਆ ਪਿਆ ਹੈ, ਕੂੜ ਕਵਾੜ, ਉਹਦੇ ਦੁਆਰਾ ਸੋਚੀ ਜਾਂਦੇ। ਤੇ ਪਹਿਲਾਂ ਇਹ ਪਿਛਲਾ ਕੂੜ ਕਵਾੜ ਸਾਰਾ ਕੱਢੋ, ਸਾਫ਼ ਕਰੋ। ਇਹਨੂੰ ਹੀ ਸਾਫ਼ ਕਿਹਾ ਹੈ। ਤੇ ਸਿਆਣਪ ਦੁਆਰਾ ਨਹੀਂ ਇਹ ਸਾਫ਼ ਹੋਣਾ। ਸਹਿਜ ਸਿਆਣਪਾਂ ਕਰ ਰਹੇ ਮਨ ਕੋਰੇ ਰੰਗ ਨਾ ਹੋਏ, ਇਹੋ ਕਿਹਾ ਹੈ ਨਾ ਪਿੱਛੇ। ਤੁਸੀਂ ਸਮਝਦੇ ਨਹੀਂ ਹੋ। ਸਮਝ ਦੁਆਰਾ ਇਹ ਕੂੜੀ ਸਮਝ ਨੂੰ ਹੀ ਛੱਡੋ। ਇਹ ਕੂੜੀ ਸਮਝ ਹੈ, ਝੂਠੀ ਸਮਝ ਹੈ, ਇਹਦੇ ਨਾਲ ਨਾ ਜੁੜੋ। ਗੁਰੂ ਕੇ ਮੱਤ ਤੂੰ ਲੇਹ ਇਆਨ।